students, this is Jagdeep Singh. So today we will discuss the determiners. This is the third part of the grammar portion, determiners. अपन इस तो पहले की कर लिया, आर्टिकल्स कर ले। आर्टिकल्स दे दो पार्ट बने सी, एक द डेफिनेट आर्टिकल्स, दैन indefinite articles and an definite article the. Now today we will discuss the another part of the determiners, quantifiers. Quantifiers. So first of all, what is quantifiers? ਕੁਆਂਟੀਫਾਇਰਸ ਕੀ ਹੁੰਦੇ ਨੇ? ਕੁਆਂਟੀਫਾਇਰਸ ਹੁੰਦੇ ਨੇ ਜਿਹੜੇ ਆਪਾਂ ਨੂੰ ਕਿਸ ਚੀਜ਼ ਬਾਰੇ ਦੱਸਦੇ ਨੇ, ਅਮਾਊਂਟ ਕਿੰਨੀ ਹੈ ਕਿਸੇ ਚੀਜ਼ ਦੀ, ਅਮਾਊਂਟ ਕਿੰਨੀ ਹੈ, ਕੁਆਂਟਿਟੀ ਕਿੰਨੀ ਹੈ ਕਿਸੇ ਚੀਜ਼ ਦੀ, ਉਹਨੂੰ ਕੀ ਬੋਲਦੇ ਆਪਾਂ? ਕੁਆਂਟੀਫਾਇਰਸ. ਸੋ ਕੁਆਂਟੀਫਾਇਰਸ ਆਰ ਦਾ ਡਿਟਰਮੀਨਰਸ ਯੂਜ਼ਡ ਫॉर ਕਾਊਂਟੇਬਲ ਐਂਡ ਅਨਕਾਊਂਟੇਬਲ ਨਾਊਨਸ। ਜਿਹੜੇ ਡਿਟਰਮੀਨਰਸ ਕੁਆਂਟੀਫਾਇਰ ਡਿਟਰਮੀਨਰਸ ਨੇ ਇਹ ਕਾਊਂਟੇਬਲ ਤੋਂ ਪਹਿਲਾਂ ਵੀ ਯੂਜ਼ ਹੁੰਦੇ ਨੇ ਅਤੇ ਅਨਕਾਊਂਟੇਬਲ ਤੋਂ ਵੀ ਪਹਿਲਾਂ ਯੂਜ਼ ਹੁੰਦੇ ਨੇ। ਫੋਰ ਐਗਜ਼ਾਮਪਲ ਕਾਊਂਟੇਬਲ ਦੀ ਜਿਹੜੀ ਗੱਲ ਕਰਦੇ ਨੇ, ਇਹ ਕਾਊਂਟੇਬਲ ਨਾਲ ਸਿਰਫ ਇਹ ਪਲੂਰਲਸ ਦੇ ਨਾਲ ਹੀ ਯੂਜ਼ ਹੋਣਗੇ। ਫੋਰ ਐਗਜ਼ਾਮਪਲ ਆਪਾਂ ਐਗਜ਼ਾਮਪਲ ਲੈ ਲਓ, ਜੇ ਮੈਂ ਕਹਿ ਦੇਵਾਂ ਦੇਅਰ ਇਜ਼ ਅ ਚੇਅਰ, ਉੱਥੇ ਇੱਕ ਚੇਅਰ ਹੈ। ਅਗਰ ਆਪਾਂ ਨੇ ਕੁਆਂਟੀਫਾਇਰ ਦੇ ਵਿੱਚ ਯੂਜ਼ ਕਰਨਾ, ਮੈਂ ਕਹੂੰਗਾ ਦੇਅਰ ਆਰ ਸਮ ਚੇਅਰਸ। ਸੋ ਚੇਅਰ ਕੀ ਹੈ? ਸਿੰਗੂਲਰ ਹੈ, ਕਾਊਂਟੇਬਲ ਹੈ, ਪਰ ਜਿਹੜੇ ਕੁਆਂਟੀਫਾਇਰ ਨੇ ਇਹ ਹਮੇਸ਼ਾ ਪਲੂਰਲ ਦੇ ਨਾਲ ਹੀ ਯੂਜ਼ ਹੋਣਗੇ ਜੋ ਕਾਊਂਟੇਬਲ ਨੇ। ਅਨਕਾਊਂਟੇਬਲ ਹਮੇਸ਼ਾ ਸਿੰਗੂਲਰ ਹੀ ਰਹਿੰਦਾ ਗਾ। ਸੋ ਆਪਾਂ ਇਹੀ ਅੱਜ ਡਿਸਕਸ ਕਰਾਂਗੇ। ਮੋਰ ਆਫਨ ਯੂਜ਼ਡ ਕੁਆਂਟੀਫਾਇਰ ਸਭ ਤੋਂ ਪਹਿਲਾਂ ਜਿਹੜੇ ਨੇ ਸਮ ਐਂਡ ਐਨੀ। ਹੁਣ ਸਮ ਅਤੇ ਐਨੀ ਜਿਹੜਾ ਸਮ ਹੈ ਇਹ ਹਮੇਸ਼ਾ ਇਹੀ ਗੱਲ ਕਹੀ ਜਾਂਦੀ ਹੈ ਕਿ ਇਹ ਪੋਜ਼ੀਟਿਵ ਨਾਲ ਹੀ ਯੂਜ਼ ਹੁੰਦਾ, ਪਰ ਆਪਾਂ ਅੱਜ ਸਿੱਖਾਂਗੇ ਇਹ ਕੁਐਸਚਨ ਦੇ ਨਾਲ ਵੀ ਯੂਜ਼ ਹੁੰਦਾ ਜੋ ਆਪਣੇ ਕੋਈ ਕੁਐਸਚਨ ਪੁੱਛਣਾ ਹੋਵੇ, ਅਤੇ ਜਿਹੜਾ ਐਨੀ ਹੈਗਾ ਇਹ ਹਮੇਸ਼ਾ ਨੈਗੇਟਿਵ ਦੇ ਨਾਲ ਯੂਜ਼ ਹੁੰਦਾ ਅਤੇ ਹਮੇਸ਼ਾ ਜਦੋਂ ਆਪਣੇ ਕੁਐਸਚਨ ਪੁੱਛਦੇ ਹਾਂ ਉਹਦੇ ਵਿੱਚ ਯੂਜ਼ ਹੁੰਦਾ। ਡੈਫੀਨੇਸ਼ਨ ਪੜ੍ਹਦੇ ਹਾਂ। ਸਮ ਐਂਡ ਐਨੀ ਆਰ ਕੁਆਂਟੀਫਾਇਰਸ ਵਿਦ ਪਲੂਰਲ ਔਰ ਅਨਕਾਊਂਟੇਬਲ ਨਾਊਨਸ to show a certain number of amount. The quantifier any generally preceded by negative verbs to give a negative sense. Some and any answer questions like how many or how much. ਜਦੋਂ ਆਪਾਂ ਨੇ ਆਨਸਰ ਦੇਣਾ ਹੋਵੇ how many ਕਿੰਨੇ ਜਾਂ how much। how many ਮਤਲਬ ਕਿ ਜਦੋਂ ਵੀ ਆਪਾਂ ਨੂੰ ਕੁਐਸਚਨ ਪੁੱਛਦੇ ਨੇ ਜੋ ਕਾਊਂਟੇਬਲ 'ਚ ਹੁੰਦਾ ਹੈ, how much ਦਾ ਮਤਲਬ ਹੁੰਦਾ ਜੋ ਅਨਕਾਊਂਟੇਬਲ 'ਚ ਹੁੰਦਾ। ਸੋ ਆਹੀ ਜਿਹੜੇ ਦੂਸਰੇ ਦੋਵੇਂ ਨੇ ਸਮ ਐਂਡ ਐਨੀ, ਇਹ ਹਮੇਸ਼ਾ ਕਾਊਂਟੇਬਲ ਵਾਸਤੇ ਵੀ ਯੂਜ਼ ਹੁੰਦੇ ਨੇ ਅਤੇ ਅਨਕਾਊਂਟੇਬਲ ਵਾਸਤੇ ਵੀ ਯੂਜ਼ ਹੁੰਦੇ ਨੇ। ਕਾਊਂਟੇਬਲ ਦਾ ਮਤਲਬ ਹੁਣ ਇਹ ਕਾਊਂਟੇਬਲ ਨਾਊਨ ਕਿਹੜੇ ਹੁੰਦੇ ਨੇ? ਜਿਨ੍ਹਾਂ ਨੂੰ ਆਪਾਂ ਗਿਣ ਸਕੀਏ, ਜਿਨ੍ਹਾਂ ਦੇ ਕਿ ਆਪਾਂ 1 2 3 ਇਸ ਤਰ੍ਹਾਂ ਲਗਾ ਸਕੀਏ। ਅਨਕਾਊਂਟੇਬਲ ਕਿਹੜੇ ਹੁੰਦੇ ਨੇ? ਜਿਨ੍ਹਾਂ ਕਿ ਆਪਾਂ 1 2 3 ਨਹੀਂ ਲਗਾ ਸਕਦੇ। ਫੋਰ ਐਗਜ਼ਾਮਪਲ ਬੁੱਕ ਇੱਕ ਹੈ, ਬੁੱਕਸ 2 3 ਹੋ ਗਈਆਂ। ਅਗਰ ਜੇ ਆਪਾਂ ਕਹਾਂਗੇ ਵਾਟਰ ਅਨਕਾਊਂਟੇਬਲ ਹੈ, ਮੀਨਸ ਆਪਾਂ 1 ਵਾਟਰ 2 ਵਾਟਰ ਇਸ ਤਰ੍ਹਾਂ ਨਹੀਂ ਲਗਾ ਸਕਦੇ। ਸੋ ਇਹ ਸਾਰੀਆਂ ਚੀਜ਼ਾਂ। ਹੁਣ ਆਪਾਂ ਐਗਜ਼ਾਮਪਲ ਦੇਖਾਂਗੇ ਸਮ ਦੀ। ਸਮ ਹਮੇਸ਼ਾ ਕਿਹਾ ਗਿਆ ਕਿ ਪੋਜ਼ੀਟਿਵ ਦੇ ਨਾਲ ਹੀ ਯੂਜ਼ ਹੁੰਦਾ, ਮੀਨਸ ਆਪਾਂ ਇਹਨਾਂ ਦੇ ਹਮੇਸ਼ਾ ਐਫਰਮੇਟਿਵ ਸੈਂਟੈਂਸ ਹੀ ਬਣਾ ਸਕਦੇ ਹਾਂ, ਪਰ ਇਸ ਦੇ ਕੁਐਸਚਨ ਵਾਲੇ ਵੀ ਬਣ ਸਕਦੇ ਨੇ। ਦੇਖੋ ਹੀ ਵਾਟ ਸਮ ਕਲੌਥਸ, ਉਸਨੇ ਕੁਛ ਕੀ ਖਰੀਦ ਲਏ? ਕੱਪੜੇ ਖਰੀਦ ਲਏ। ਇਹ ਕੀ ਹੈ? ਐਫਰਮੇਟਿਵ ਵਰਬ ਹੈ, ਮੀਨਸ ਜੋ ਪੋਜ਼ੀਟਿਵ ਦੇ ਨਾਲ ਆਪਾਂ ਯੂਜ਼ ਕਰਦੇ ਹਾਂ। ਦੇਖੋ ਇਹਦਾ ਕੁਐਸਚਨ ਵੀ ਬਣ ਸਕਦਾ ਹੈ, ਪਰ ਆਪਾਂ ਨੂੰ ਉਹਦੇ ਵਿੱਚ ਜਿਹੜੀ ਐਕਸਪੈਕਟੇਸ਼ਨ ਹੈ ਉਹ ਕੀ ਹੋਣੀ ਚਾਹੀਦੀ ਹੈ? ਜੈਸ ਦੀ। ਡਿਡ ਸਮ ਆਫ ਯੂ ਗੋ ਟੂ ਸੀ ਦਾ ਐਕਸੀਬਿਸ਼ਨ। ਉਹ ਕਹਿ ਰਿਹਾ ਕਿ ਤੁਹਾਡੇ ਵਿੱਚੋਂ ਕੁਛ ਨਾ ਕੁਛ ਐਕਸੀਬਿਸ਼ਨ ਦੇਖਣ ਜਾਓਗੇ ਜੋ ਲੱਗਦੀ ਹੁੰਦੀ ਹੈ ਫੋਟੋਆਂ ਵਗੈਰਾ ਦੀ। ਆਪਾਂ ਨੂੰ ਜਦੋਂ ਆਨਸਰ ਜੈਸ ਹੋਵੇ, ਐਕਸੈਪਸ਼ਨ ਹੋਵੇ, ਐਕਸਪੈਕਟਡ ਹੋਵੇ ਕਿ ਆਨਸਰ ਕੀ ਆਏਗਾ, ਜੈਸ ਆਏਗਾ, ਆਪਾਂ ਉੱਥੇ ਸਮ ਨੂੰ ਯੂਜ਼ ਕਰਦੇ ਹਾਂ ਐਜ ਏ ਕੁਐਸਚਨ। ਮੇ ਆਈ ਹੈਵ ਸਮ ਬਿਸਕਿਟਸ, ਆਪਾਂ ਨੂੰ ਪਤਾ ਕਿ ਹਾਂ ਆਪਾਂ ਰਿਕੁਐਸਟ ਕਰ ਰਹੇ ਹਾਂ, ਜਾਂ ਆਪਾਂ ਨੂੰ ਪਤਾ ਹੋਵੇ ਕਿ ਆਪਾਂ ਨੂੰ ਜੈਸ ਹੀ ਹੈ ਕਿ ਆਪਾਂ ਉੱਥੇ ਸਮ ਯੂਜ਼ ਕਰ ਸਕਦੇ ਹਾਂ। ਸੋ ਹੁਣ ਐਨੀ, ਐਨੀ ਹਮੇਸ਼ਾ ਨੈਗੇਟਿਵ ਦੇ ਵਿੱਚ ਯੂਜ਼ ਹੁੰਦਾ ਜਾਂ ਇੰਟੈਰੋਗੇਟਿਵ। ਦੇਖੋ ਆਈ ਡੋਂਟ ਹੈਵ ਐਨੀ ਬਟਰ, ਬਟਰ ਕੀ ਹੈ? ਅਨਕਾਊਂਟੇਬਲ ਹੈ ਅਤੇ ਨੈਗੇਟਿਵ ਹੈ, ਤਾਂ ਕਰਕੇ ਇੱਥੇ ਆਪਾਂ ਐਨੀ ਯੂਜ਼ ਕਰ ਲਿਆ। ਦੇਅਰ ਆਰ ਨਾਟ ਐਨੀ ਬਿਸਕਿਟਸ, ਦੇਖੋ ਬਿਸਕਿਟ ਕੀ ਨੇ? ਆਪਾਂ ਗਿਣ ਸਕਦੇ ਹਾਂ ਬਿਸਕਿਟ ਨੂੰ, ਕਾਊਂਟੇਬਲ ਹੈ, ਤਾਂ ਕਰਕੇ ਐਨੀ ਆ ਗਿਆ, ਪਰ ਹਮੇਸ਼ਾ ਨੈਗੇਟਿਵ 'ਚ ਆਇਆ। ਅਗਰ ਇੱਥੇ ਯੂਜ਼ ਕਰਦੇ ਆਪਾਂ ਦੇਅਰ ਆਰ ਸਮ ਬਿਸਕਿਟਸ, ਤਾਂ ਆਪਣੀ ਕੀ ਪਤਾ ਪੋਜ਼ੀਟਿਵ ਸੈਂਸ ਆ ਗਈ, ਮੀਨਸ ਕੁਛ ਨਾ ਕੁਛ ਬਿਸਕੁਟ ਹੈਗੇ ਨੇ। ਇਸ ਤਰ੍ਹਾਂ ਨੈਕਸਟ ਦੇਖ ਲਓ, ਸ਼ੀ ਵੇਅਰਲੀ ਹੈਜ਼ ਐਨੀ ਨੌਲੇਜ ਆਫ ਹਰ ਸਿਸਟਰਜ਼ ਇਨਕਮ। ਕਹਿੰਦੇ ਉਸ ਨੂੰ ਬਹੁਤ ਘੱਟ ਨੌਲੇਜ ਹੈ ਆਪਣੀ ਸਿਸਟਰ ਦੀ ਇਨਕਮ ਬਾਰੇ। ਸੋ ਇੱਥੇ ਵੀ ਆਪਾਂ ਜਦੋਂ ਕੋਈ ਸਕੈਰਸਿਟੀ ਹੋਵੇ, ਮੀਨਸ ਹਮੇਸ਼ਾ ਐਨੀ ਉੱਥੇ ਹੀ ਯੂਜ਼ ਹੋਏਗਾ ਜਿੱਥੇ ਨੈਗੇਟਿਵਿਟੀ ਹੋਵੇ ਅਤੇ ਜਿੱਥੇ ਇੰਟੈਰੋਗੇਟਿਵ ਕੁਐਸਚਨ ਹੋਵੇ, ਪਰ ਅਨਕਾਊਂਟੇਬਲ ਨਾਲ ਵੀ ਯੂਜ਼ ਹੋਏਗਾ ਅਤੇ ਕਾਊਂਟੇਬਲ ਨਾਲ ਵੀ। ਇਹ ਕਿਸ 'ਤੇ ਡਿਪੈਂਡ ਕਰਦਾ? ਜੋ ਸਪੀਕਰ ਹੈ ਉਸਨੂੰ ਬੋਲਦਾ। ਸੋ ਨੈਕਸਟ ਕੁਆਂਟੀਫਾਇਰ ਕੀ ਹੈ? ਵੀ ਬਹੁਤ ਵਧੀਆ ਟੋਪਿਕ ਹੈ ਇਹ। ਹਾਂ, ਫਿਊ, ਆ ਫਿਊ, ਲਿਟਲ, ਆ ਲਿਟਲ, ਇੱਕ ਦੋ ਹੋਣਗੇ, ਦ ਲਿਟਲ ਅਤੇ ਦ ਫਿਊ। ਹੁਣ ਫਿਊ ਬਾਰੇ ਸਮਝੋ। ਫਿਊ ਜਿੱਥੇ ਵੀ ਵਰਡ ਆ ਗਿਆ ਹਮੇਸ਼ਾ ਉਹ ਕਾਊਂਟੇਬਲ ਵਾਸਤੇ ਹੀ ਯੂਜ਼ ਹੋਏਗਾ, ਕਾਊਂਟੇਬਲ ਨਾਊਨ ਜੋ ਪਲੂਰਲ ਹੋਣਗੇ। ਜਿਹੜਾ ਲਿਟਲ, ਅ ਲਿਟਲ ਅਤੇ ਦ ਲਿਟਲ ਹੈ ਇਹ ਹਮੇਸ਼ਾ ਅਨਕਾਊਂਟੇਬਲ ਵਾਸਤੇ ਯੂਜ਼ ਹੋਏਗਾ। ਦੇਖੋ ਐਗਜ਼ਾਮਪਲਸ ਦੇਖੋ,
ਸਭ ਤੋਂ ਪਹਿਲਾਂ ਫਿਊ ਤੇ ਅਫਿਊ ਦੇ ਵਿੱਚ ਫਰਕ ਸਮਝਾਇਆ। ਸਭ ਤੋਂ ਪਹਿਲਾਂ ਫਿਊ ਤੇ ਅਫਿਊ ਦੇ ਵਿੱਚ ਫਰਕ ਕੀ ਹੈ? ਫਿਊ ਹਮੇਸ਼ਾ ਉੱਥੇ ਹੀ ਯੂਜ਼ ਹੋਏਗਾ ਜਿੱਥੇ ਆਪਾਂ ਨੂੰ ਪਤਾ ਹੋਵੇ ਕਿ ਬਹੁਤ ਘੱਟ ਹੈ, ਮੀਨਸ ਕਿਸੇ ਚੀਜ਼ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਐਗਜ਼ਾਮਪਲ ਦੇਖੋ, ਦੇਅਰ ਆਰ ਫਿਊ ਚੇਅਰਸ, ਮੀਨਸ ਬਹੁਤ ਘੱਟ ਨੇ, ਮੀਨ ਜਿੰਨੇ ਉੱਥੇ ਇਨਸਾਨ ਖੜੇ ਨੇ ਉਹ ਉਹਨਾਂ 'ਤੇ ਸਾਰਿਆਂ 'ਤੇ ਨਹੀਂ ਬੈਠ ਸਕਦੇ। ਦੇਖੋ, ਨਾਟ ਇਨਫ ਫॉर ऑल ਪੀਪਲ। अगर आ गया अ फ्यू, देखो देयर आर अ फ्यू चेयर्स, मीनस जिन्ने उत्थे इंसान हैगे ने उन्हां वास्ते वो ठीक ने, पूरियां ने, मीनस उस नाल गुजारा हो सकता है। तुसीं इस तरीके नाल लैके चलना कि जिहड़ी चीज़ मीनस जदों अपने फ्यू लगाता तो उस चीज़ नाल गुजारा नहीं हो सकता, अ फ्यू लगाता उस चीज़ नाल गुजारा हो सकता है। फ्यू हमेशा नैगेटिव फॉर्म च यूज़ करते हैं आपां, ते अ फ्यू हमेशा आपां नूं पता हुंदा कि उस नाल गुजारा हो सकता है। तो जो दा फ्यू आएगा कि वो आपां नूं पता हुंदा कि जिन्नी अपने कोल चीज़ है उन्नी ही असीं तुहानूं दे सकते हैं, मीनस आपां नूं स्पैसीफिकेशन होंदी है। सो देखो इत्थे चेयर है, चेयर की है भी काउंटेबल है, तां करके फ्यू आ गया। अगर लिटल का देख लो, देयर इज़ लिटल मनी, मनी नूं आपां काउंट कर ही नहीं सकते। हुण तुसीं कहोगे पैसे तो आपां गिन सकते हैं, पर आपां कॉइन गिन सकते हैं, नोट गिन सकते हैं, मनी नहीं गिन सकते। आपां एवें तो नहीं कह सकते 1 मनी 2 मनी, आपां कह सकते हैं 2 कॉइनस, 1 कॉइन या 1 नोट ऑफ रुपी, इस तरह। सो अ लिटल का देख लो, देयर इज़ लिटल मनी, मीनस बहुत घट पैसे ने उस नाल गुजारा नहीं हो सकता। देयर इज़ अ लिटल मनी, अगर ये आ गया तो मीनस उस नाल गुजारा हो सकता। देखो कैन बाय सम एक्सपेंसिव क्लॉथ्स, इस तरह। सो जो आएगा हुण अगे देखो, इन्होंने नोट भी दिता हुआ इत्थे, फ्यू ते लिटल नॉट सुफिशिएंट नॉट इनफ, और फ्यू लिटल सुफिशिएंट इनफ, मीनस ये स्कारसिटी है तो ये नहीं हैगी। ये चीज़ों का ध्यान रखना है। बस एक गल ही दिमाग च रखनी है, अगर फ्यू तो लिटल आ गया, फ्यू काउंटेबल, लिटल अनकाउंटेबल, पर जिथे आपां नूं पता हो कि चीज़ नाल गुजारा नहीं हो सकता, पर यह डिपेंड किस ते करदा, स्पीकर ते करदा कि किस तरीके नाल, किस इमोशन नाल बोल रहा है। सो अ फ्यू ते अ लिटल जिस चीज़ नाल अपना इनफ होवे, गुजारा हो सके। सो अगे आगे द लिटल ते द फ्यू। हुण ये वो चीज़ है कि जिन्ना कि अपने कोल हैगे उन्ने के नाल ही गुजारा करना पवेगा, पर लिटल हमेशा अनकाउंटेबल, फ्यू हमेशा काउंटेबल। द डिटर्मिनर द लिटल एंड द फ्यू यूज्ड विद द रिलेटिव प्रोनाउंस दैट द लिटल रूम दैट आई हैव इज़ नॉट इनफ फॉर द अनदर परसन। वो कह रहे कि जिहड़ा मेरे कोल रूम है, द लिटल रूम दैट आई हैव, कि जिहड़ा मेरे कोल रूम है वो होर इंसान वास्ते मतलब इनफ नहीं हैगा। मीनस देखो द लिटल रूम द तां लगाया क्योंकि उन्होंने पता है कि मेरे कोल कितना रूम है, तां करके उसने कहा है, पर यह हमेशा अनकाउंटेबल। हुण इत्थे जगह की गल हो रही है, जगह नूं आपां काउंट नहीं कर सकते, गिन नहीं सकते, उन्होंने सिर्फ आपां मैजर कर सकते हैं। नैक्सट देखो, द लिटल मनी दैट आई हैव विल नॉट लास्ट फॉर अ वीक। ये कह रहे कि द लिटल मनी मीनस उसनूं पता है कि मेरे कोल किन्ने पैसे ने, वो कह रहे कि वह इस वीक के अंत तक नहीं चल सकणगे, मीनस अनकाउंटेबल। द फ्यू पीपल, इत्थे पता है कि किन्ने लोग ने, दैट आई नो डू नॉट ड्राइव। वो कह रहा है कि द फ्यू पीपल जिन्ने भी लोग ने, दैट आई नो डू नॉट ड्राइव, कि इत्थे जिन्ने भी लोग ने वो ड्राइव नहीं कर सकते। मीनस उसनूं पता है कि किन्ने इंसान ने, द तां लगाया, पर काउंटेबल पीपल नूं आपां काउंट कर सकते हैं, तां करके फ्यू आ गया। द फ्यू एप्पल्स दैट आर देयर इन द फ्रिज आर स्टिल। वो कह रहे कि जो फ्रिज के विच की पे ने, सेब पे ने, वो की ने स्टेल ने, मीनस वो फ्रैश नहीं हैगे। वो कह रहे कि जो फ्रिज दे विच एप्पल्स पे ने, मतलब उसनूं पता है कि वो किन्ने ने, 1 ने 2 ने, उस इंसान नूं पता है, स्पीकर नूं पता है, गिन सकता है। सो इस तरह ये यूज़ होणगे फ्यू, अ फ्यू, द लिटल, अ लिटल ते द फ्यू। सो नैक्सट की है, नैक्सट है कि भी मच ते मैनी। ये सब नूं पता होना चाहिए। मच हमेशा उत्थे यूज़ होएगा जिथे अनकाउंटेबल है, मैनी उत्थे हमेशा यूज़ होएगा जिथे काउंटेबल है। देखो मच एंड मैनी आर यूज टू शो दैट देयर इज़ अ लॉट ऑफ समथिंग, जिथे बहुत ज़्यादा चीज़ हो, जिवें मैनी स्टूडेंट्स, मच मनी। वी यूज़, देखो वी यूज़ मच विद द अनकाउंटेबल नाउन्स एंड मैनी विद द काउंटेबल प्लूरल नाउन्स। पर याद रखना है जो काउंटेबल है वो हमेशा ये प्लूरल नाल यूज़ होणगे, सिंगुलर नाल नहीं यूज़ होणगे। जे मैं कहता मैं देयर इज़ अ स्कूल, उत्थे एक स्कूल है, या देयर इज़ स्कूल, उत्थे एक स्कूल है। पर अगर मैं कहना बहुत ज़्यादा, मैनूं इन्ना पता भी कि 2 ने 3 ने 4 ने, तो मैं की यूज़ करूँगा, देयर आर मैनी स्कूल्स, इस तरह। नैक्सट देखो ये की है, मैनी पीपल आर इन नीड ऑफ मैडिकल हैल्प। वो कह रहा है कि बहुत ज़्यादा लोगों को किस की जरूरत है,
ਮੈਡੀਕਲ ਹੈਲਪ ਦੀ ਜ਼ਰੂਰਤ ਹੈ। ਦੇਖੋ ਇੱਥੇ ਪੀਪਲ ਹੈ ਮੀਨਸ ਆਪਾਂ ਕਾਊਂਟ ਕਰ ਸਕਦੇ ਹਾਂ। ਮਚ ਵਰਕ ਇਜ਼ ਬੀਇੰਗ ਡਨ ਨਾਓ, ਬਹੁਤ ਜ਼ਿਆਦਾ ਕੰਮ ਹੋ ਚੁੱਕਿਆ। ਹੁਣ ਕੰਮ ਨੂੰ ਆਪਾਂ ਕਾਊਂਟ ਹੀ ਨਹੀਂ ਕਰ ਸਕਦੇ, ਐਂ ਤਾਂ ਨਹੀਂ ਕਹਿ ਸਕਦੇ 1 ਵਰਕ 2 ਵਰਕ 3 ਵਰਕ, ਇਸ ਤਰ੍ਹਾਂ ਨਹੀਂ ਕਹਿ ਸਕਦੇ। ਅਗਰ ਇਹਦੇ ਅੱਗੇ ਲਾਉਣਾ ਤਾਂ ਆਪਾਂ ਕਹਾਂਗੇ 1 ਪੀਸ ਆਫ ਵਰਕ, ਇਸ ਤਰ੍ਹਾਂ। ਸੋ ਮਚ ਤਾਂ ਯੂਜ਼ ਹੋਇਆ ਕਿਉਂਕਿ ਇੱਥੇ ਇਹ ਕੀ ਹੈ, ਵਰਕ ਕੀ ਹੈ, ਅਨਕਾਊਂਟੇਬਲ ਹੈ। ਸੋ ਇਸ ਤਰ੍ਹਾਂ ਇਹ ਯੂਜ਼ ਕਰਨਾ। ਨੈਕਸਟ ਹੈਗਾ ਵੀ ਮੋਰ ਲੈਸ ਫਿਊਰ, ਇਹ ਬਹੁਤ ਜ਼ਿਆਦਾ ਯੂਜ਼ ਨਹੀਂ ਹੁੰਦੇ ਪਰ ਫਿਰ ਵੀ ਆਪਾਂ ਕਰ ਰਹੇ ਹਾਂ। ਇਹ ਕੀ ਨੇ, ਕੰਪੈਰੇਟਿਵ ਨੇ। ਜਦੋਂ ਆਪਾਂ ਨੇ ਕਹਿਣਾ ਵੀ ਮੋਰ ਮੋਸਟ ਮੱਚ, ਇਸ ਤਰ੍ਹਾਂ। ਦੇਖੋ ਇਹਦੇ ਵਿੱਚ ਕੀ ਕਹੇਗਾ, ਦੇਅਰ ਇਜ਼ ਮੋਰ ਰਾਈਸ ਇਨ ਦਾ ਬੋਲ, ਕਿ ਜਿਹੜੀ ਕੌਲੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਚੌਲ ਨੇ। ਇਹਦੇ ਵਿੱਚ ਕੰਪੈਰੀਜ਼ਨ ਕੀਤਾ ਗਿਆ, ਮੀਨਸ ਪਹਿਲਾਂ ਕੀ ਗੱਲ ਹੋਏਗੀ ਕਿ ਘੱਟ ਚੌਲ ਹੋਣਗੇ, ਹੁਣ ਕੀ ਕਹਿ ਰਿਹਾ ਕਿ ਦੇਅਰ ਇਜ਼ ਮੋਰ ਰਾਈਸ ਇਨ ਦਾ ਬੋਲ, ਕਿ ਹੁਣ ਕੀ ਨੇ, ਜ਼ਿਆਦਾ ਚੌਲ ਨੇ। ਮੀਨਸ ਆਪਾਂ ਜਦੋਂ ਇੱਕ ਪੈਰਾਗ੍ਰਾਫ ਦੇ ਵਿੱਚ ਕੰਪੈਰੀਜ਼ਨ ਕਰਦੇ ਹਾਂ ਕਿਸੇ ਚੀਜ਼ ਦਾ, ਉਦੋਂ ਮੋਰ ਯੂਜ਼ ਹੁੰਦਾ। ਅਤੇ ਲੈਸ ਯੂਜ਼ ਹੁੰਦਾ ਜਿੱਥੇ ਅਨਕਾਊਂਟੇਬਲ ਹੋਵੇ, ਪਰ ਅੱਜ ਕੱਲ੍ਹ ਲੈਸ ਨੂੰ ਕਾਊਂਟੇਬਲ ਨਾਲ ਵੀ ਯੂਜ਼ ਕਰ ਲੈਂਦੇ ਨੇ। ਐਗਜ਼ਾਮਪਲ ਦੇਖੋ, ਚਿਲਡਰਨ ਆਊਟਸਾਈਡ ਸਿਟੀਜ਼ ਹੈਵ ਲੈਸ ਐਕਸੈਸ ਟੂ ਐਜੂਕੇਸ਼ਨ, ਕਿ ਜੋ ਸਿਟੀਜ਼ ਦੇ ਬਾਹਰ ਰਹਿੰਦੇ ਨੇ ਉਹ ਕੀ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਘੱਟ ਐਕਸੈਸ ਮਿਲਦਾ ਐਜੂਕੇਸ਼ਨ ਦਾ। ਦੇਖੋ ਜਿਹੜਾ ਐਕਸੈਸ ਹੈ ਇਹਨੂੰ ਆਪਾਂ ਕਾਊਂਟ ਨਹੀਂ ਕਰ ਸਕਦੇ, ਪਰ ਅੱਜ ਕੱਲ੍ਹ ਜਿਹੜਾ ਲੈਸ ਹੈ ਉਸ ਨੂੰ ਕਾਊਂਟੇਬਲ ਨਾਲ ਵੀ ਯੂਜ਼ ਕਰ ਲੈਂਦੇ ਨੇ। ਜਿਵੇਂ ਕਹਿ ਦੇਣ ਦੇਅਰ ਆਰ ਵੈਰੀ ਲੈਸ ਪੀਪਲ, ਦੇਅਰ ਆਰ ਵੈਰੀ ਲੈਸ ਪੀਪਲ। ਲੈਸ ਅਨਕਾਊਂਟੇਬਲ ਨਾਲ ਯੂਜ਼ ਹੁੰਦਾ, ਪਰ ਪੀਪਲ ਕੀ ਹੈਗਾ, ਕਾਊਂਟੇਬਲ ਆ, ਤਾਂ ਕਰਕੇ ਅੱਜ ਕੱਲ੍ਹ ਇਨਫੋਰਮਲ ਵਾਸਤੇ ਲੈਸ ਦੀ ਯੂਜ਼ ਹੋਣ ਲੱਗ ਗਿਆ। ਨੈਕਸਟ ਦੇਖੋ ਫਿਊਰ, ਫਿਊਰ ਹਮੇਸ਼ਾ ਕਾਊਂਟੇਬਲ ਨਾਲ ਯੂਜ਼ ਹੁੰਦਾ। ਦੇਖੋ ਫਿਊਰ ਟਰੀਜ਼ ਨੂੰ ਆਪਾਂ ਗਿਣ ਸਕਦੇ ਹਾਂ, ਆਰ ਫੈਲਡ ਨਾਓ। ਫਿਊਰ ਆਪਾਂ ਕੀ ਕਰਦੇ, ਕੰਪੈਰੀਜ਼ਨ ਕਰਦੇ ਹਾਂ ਜਦੋਂ ਕਿਸੇ ਨਾਲ। ਮੀਨਸ ਪਹਿਲਾਂ ਕੀ ਸੀਗਾ, ਪਹਿਲਾਂ ਟਰੀਜ਼ ਘੱਟ ਡਿੱਗੇ ਹੋਣਗੇ, ਹੁਣ ਜ਼ਿਆਦਾ ਡਿੱਗੇ, ਤਾਂ ਕਰਕੇ ਇਹਨਾਂ ਨੇ ਕੀ ਕਰ ਲਿਆ, ਹੁਣ ਮੀਨਸ ਦੱਸ ਰਹੇ ਨੇ ਕਿ ਪਹਿਲਾਂ ਨਾਲੋਂ ਘੱਟ ਟਰੀਜ਼ ਡਿੱਗ ਗਏ। ਮੀਨਸ ਜਦੋਂ ਕੰਪੈਰੀਜ਼ਨ ਕਰਦੇ ਹਾਂ, ਇਹ ਜ਼ਿਆਦਾ ਕੋਈ ਜ਼ਰੂਰਤ ਨਹੀਂ ਹੈ, ਪਰ ਫਿਰ ਵੀ ਸਮਝਣ ਦਾ ਫਾਇਦਾ ਹੈ। ਅੱਗੇ ਵੀ ਡਿਸਟਰੀਬਿਊਟਿਵ ਡਿਟਰਮੀਨਰਸ, ਇਹ ਬਹੁਤ ਵਧੀਆ ਟੌਪਿਕ ਹੈ। ਡਿਸਟਰੀਬਿਊਟਿਵ ਡਿਟਰਮੀਨਰਸ ਆਪਾਂ ਕਿਹੜੇ ਕਰ ਲਏ, ਇੱਕ ਆਰਟੀਕਲਸ ਕਰ ਲਏ, ਇੱਕ ਕੁਆਂਟੀਫਾਇਰ ਕਰ ਲਏ। ਨੈਕਸਟ ਕੀ ਆ, ਡਿਸਟਰੀਬਿਊਟਿਵ ਡਿਟਰਮੀਨਰਸ। ਇਹ ਉਹ ਡਿਟਰਮੀਨਰ ਹੁੰਦੇ ਨੇ, ਉਹ ਵਰਡ ਹੁੰਦੇ ਨੇ, ਉਹ ਫਰੇਜ਼ਸ ਹੁੰਦੇ ਨੇ ਜਿਹੜੇ ਆਪਾਂ ਨੂੰ ਦੱਸਦੇ ਨੇ ਕਿ ਕਿਹੜੀ ਚੀਜ਼ ਵਿੱਚੋਂ ਕਿੰਨੀ ਚੀਜ਼ ਕੀ ਹੈ। ਮੀਨਸ ਡਿਸਟਰੀਬਿਊਟ ਕਿਸ ਤਰ੍ਹਾਂ ਕਰਨਾ। ਜਿਵੇਂ 10 ਬੱਚੇ ਬੈਠੇ ਨੇ, ਆਪਾਂ ਉਹਨਾਂ ਨੂੰ ਡਿਸਟਰੀਬਿਊਟ ਕਿਸੇ ਕਰਨਾ, 1 2 ਈਚ ਐਵਰੀ, ਇਹ ਸਾਰੇ ਵਰਡ ਹੁੰਦੇ ਨੇ। ਦੇਖੋ distributive determiners include words like each, every, neither, either, both, all, one, another, other, several, 1 2 first, second, ਇਹ ਸਾਰੇ ਕਿਸ 'ਚ ਆਉਂਦੇ ਨੇ, ਡਿਸਟਰੀਬਿਊਟਿਵ ਡਿਟਰਮੀਨਰ। ਆਪਾਂ ਐਗਜ਼ਾਮਪਲ ਨਾਲ ਸਮਝਾਂਗੇ ਇਹਨੂੰ। ਦੇਖੋ ਵੀ ਐਵਰੀ ਚਾਈਲਡ ਲਵਸ ਟੂ ਪਲੇ। ਦੇਖੋ ਐਵਰੀ ਚਾਈਲਡ, ਹਰ ਬੱਚਾ, ਭਾਵੇਂ ਕਿ ਉੱਥੇ ਬਹੁਤ ਜ਼ਿਆਦਾ ਬੱਚੇ ਹੋਣਗੇ, ਪਰ ਐਵਰੀ ਚਾਈਲਡ ਇਹਦੇ ਨਾਲ ਹਮੇਸ਼ਾ ਵਰਬ ਦੀ ਫਸਟ ਫਾਰਮ ਹੀ ਲੱਗੇਗੀ। ਮੀਨਸ ਆਪਾਂ ਇਸ ਨੂੰ ਸਿੰਗੂਲਰ 'ਚ ਹੀ ਮੰਨਦੇ ਹਾਂ, ਭਾਵੇਂ ਕਿ ਬਹੁਤ ਬੱਚੇ ਨੇ, ਪਰ ਆਪਾਂ ਹਮੇਸ਼ਾ ਇੱਕ ਦੀ ਗੱਲ ਕਰ ਰਹੇ ਹੁੰਦੇ ਹਾਂ। ਹੁਣ ਦੇਖੋ ਇਹਦੇ ਵਿੱਚ 2 ਚੀਜ਼ਾਂ ਆਉਣਗੀਆਂ। ਨੈਕਸਟ ਵਰਡ ਦੇਖੋ ਪਹਿਲਾਂ, ਵੀ ਗੇਵ ਈਚ ਚਾਈਲਡ ਅ ਟੋਏ, ਅਸੀਂ ਹਰ ਇੱਕ ਬੱਚੇ ਨੂੰ ਇੱਕ ਕੀ ਦੇ ਦਿੱਤਾ, ਇੱਕ ਟੋਏ ਦੇ ਦਿੱਤਾ। ਫਸਟ 'ਚ ਕੀ ਸੀਗਾ, ਐਵਰੀ ਵਨ ਅਮੰਗ ਆਲ, ਇੱਥੇ ਕੀ ਆ 1 ਬਾਏ 1। ਦੇਖੋ ਐਵਰੀ ਉੱਥੇ ਯੂਜ਼ ਹੁੰਦਾ ਜਿੱਥੇ 2 ਜਾਂ 3 ਤੋਂ ਵੱਧ ਚੀਜ਼ਾਂ ਹੋਣ। ਮੀਨਸ ਕਾਫੀ ਜ਼ਿਆਦਿਆਂ ਵਿੱਚੋਂ ਆਪਾਂ ਇੱਕ ਨੂੰ ਡਿਨੋਟ ਕਰ ਰਹੇ ਹੋਈਏ। ਈਚ ਉੱਥੇ ਯੂਜ਼ ਹੋਏਗਾ ਜਿੱਥੇ 1 ਜਾਂ 2 ਬੱਚੇ ਹੋਣ, 2 ਬੱਚੇ ਹੋਣ ਮੈਕਸਿਮਮ, ਇੱਕ ਨਹੀਂ। ਸੋ ਦੇਖੋ ਫਸਟ 'ਚ ਕੀ ਸੀਗਾ, ਐਵਰੀ ਚਾਈਲਡ ਲਵਸ ਟੂ ਪਲੇ, ਮੀਨਸ ਹਰ ਬੱਚਾ ਨੂੰ ਖੇਡਣਾ ਪਸੰਦ ਹੈ। ਦੇਖੋ ਬਹੁਤ ਜ਼ਿਆਦਾ ਬੱਚੇ ਨੇ, ਉਹਨਾਂ ਦੇ ਵਿੱਚੋਂ ਆਪਾਂ ਕਹਾਂਗੇ ਇਹ। ਪਰ ਵੀ ਗਿਵ ਈਚ ਚਾਈਲਡ ਆ ਟੋਏ, ਇਹਦੇ ਵਿੱਚ ਆਪਾਂ ਕਾਊਂਟ ਕਰ ਸਕਦੇ ਹਾਂ ਕਿ ਕਿੰਨੇ ਕੁ ਬੱਚੇ ਨੇ, 2 ਨੇ, ਤਾਂ ਉਹਨਾਂ ਦੇ ਵਿੱਚ ਮੀਨਸ ਅਸੀਂ ਨੇ ਇੱਕ ਨੂੰ ਹਰੇਕ ਨੂੰ ਦੇ ਦਿੱਤਾ। ਸੋ ਇਹ ਫਰਕ ਹੈ ਈਚ ਅਤੇ ਐਵਰੇਜ। ਬੋਥ ਉੱਥੇ ਯੂਜ਼ ਹੁੰਦਾ ਵੀ ਜਿੱਥੇ 2 ਚੀਜ਼ਾਂ ਹੋਣ। ਬੋਥ ਚਿਲਡਰਨ ਡਿਡ ਵੈਲ ਇਨ ਸਟੱਡੀਜ਼, ਹੀ ਏਟ ਬੋਥ ਪੀਸਿਸ ਆਫ ਪੇਸਟਰੀ, ਸੋ ਜਿੱਥੇ 2 ਚੀਜ਼ਾਂ ਹੋਣ। ਨੀਦਰ ਅਤੇ ਈਦਰ ਵੀ 2 ਚੀਜ਼ਾਂ ਦੇ ਵਿੱਚ ਯੂਜ਼ ਹੁੰਦਾ। ਨੀਦਰ ਉੱਥੇ ਯੂਜ਼ ਹੁੰਦਾ ਜਿੱਥੇ ਨੈਗੇਟਿਵ ਹੈ, ਵੀ ਕਿਸੇ ਨੇ ਕੁਛ ਵੀ ਨਹੀਂ ਕੀਤਾ। ਈਦਰ ਉੱਥੇ ਹੁੰਦਾ ਮੀਨਸ ਦੋਵਾਂ ਨੇ ਕੁਛ ਨਾ ਕੁਛ ਕਰ ਲਿਆ। ਐਗਜ਼ਾਮਪਲ ਦੇਖੋ, ਨੀਦਰ ਆਫ ਬॉयਜ਼ ਨੋ ਹਾਊ ਟੂ ਪਲੇ ਕ੍ਰਿਕਟ, ਇਹ 2 ਨੂੰ ਇੰਡੀਕੇਟ ਕਰਦਾ। ਹਮੇਸ਼ਾ 2 ਤੋਂ ਵੱਧ ਨਹੀਂ ਹੋਏਗਾ, 2 ਥਿੰਗਸ ਜਾਂ ਪਲੇਸਿਸ ਜਾਂ ਪਰਸਨ ਦੇ ਵਿੱਚ ਹੀ ਕੰਪੈਰੀਜ਼ਨ ਹੋਏਗਾ। ਦੇਖੋ ਇੱਥੇ ਦੇਖੋ, ਨੀਦਰ ਆਫ ਬॉयਜ਼ ਮੀਨਸ ਦੋਵਾਂ ਮੁੰਡਿਆਂ ਦੇ ਵਿੱਚੋਂ ਕੋਈ ਨਹੀਂ ਜਾਣਦਾ ਕ੍ਰਿਕਟ ਖੇਡਣਾ। ਨੈਕਸਟ ਦੇਖੋ, ਇਟ ਇਜ਼ ਸੈਡ ਦੈਟ ਨੀਦਰ ਆਫ ਹਿਜ਼ ਫਰੈਂਡਸ ਹੈਲਪਡ ਹਿਮ, ਇਹ ਕਹਿ ਰਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਉਹਦੇ ਦੋਵਾਂ ਫਰੈਂਡ ਦੇ ਵਿੱਚੋਂ ਮੀਨਸ 2 ਦੀ ਹੀ ਗੱਲ ਹੋਏਗੀ, ਕਿਸੇ ਨੇ ਵੀ ਉਸਦੀ ਹੈਲਪ ਨਹੀਂ ਕੀਤੀ। ਈਦਰ 'ਚ ਵੀ 2 ਚੀਜ਼ਾਂ ਦੀ ਗੱਲ ਹੋਏਗੀ। ਈਦਰ ਆਫ ਬॉयਜ਼ ਕੈਨ ਗੋ ਟੂ ਦਾ ਰੇਲਵੇ ਸਟੇਸ਼ਨ, ਉਹ ਕਹਿ ਰਿਹਾ ਕਿ ਦੋਵੇਂ, 1 ਆਫ ਦਾ 2, ਈਦਰ ਆਫ ਦਾ ਬॉयਜ਼ ਮੀਨਸ ਦੋਵਾਂ 'ਚੋਂ ਇੱਕ ਜਾਂ ਦੋਵੇਂ ਕਿੱਥੇ ਚਲੇ ਗਏ, ਰੇਲਵੇ ਸਟੇਸ਼ਨ ਜਾ ਸਕਦੇ ਹਨ। ਯੂ ਕੈਨ ਈਟ ਈਦਰ ਹਾਫ ਆਫ ਦਾ ਪੀਪਲ, 1 ਆਫ ਦਾ 2, ਮੀਨਸ ਇਹਦੇ ਵਿੱਚ ਕੀ ਹੈ, ਉੱਪਰਲੇ 'ਚ ਵੀ ਇਹੀ ਸੀਗਾ, ਈਦਰ ਆਫ ਦਾ ਬॉयਜ਼ ਕੈਨ ਗੋ ਟੂ ਦਾ ਰੇਲਵੇ ਸਟੇਸ਼ਨ। ਉਹ ਕਹਿ ਰਿਹਾ ਕਿ ਤੁਹਾਡੇ 'ਚ ਇੱਕ ਜਾ ਸਕਦਾ ਹੈਗਾ ਰੇਲਵੇ ਸਟੇਸ਼ਨ। ਇੱਥੇ ਕਹਿ ਰਿਹਾ ਕਿ ਯੂ ਕੈਨ ਈਟ ਈਦਰ ਹਾਫ ਆਫ ਦਾ ਐਪਲ, ਉਹ ਕਹਿ ਰਿਹਾ ਕਿ ਤੁਸੀਂ ਜਾਂ ਤਾਂ ਜਿਹੜਾ ਐਪਲ ਦਾ ਹਾਫ ਪੋਰਸ਼ਨ ਹੈ ਤੁਸੀਂ ਖਾ ਸਕਦੇ ਹੋ।
ਨੈਕਸਟ ਦੇਖੋ ਹੀ ਟੁਕ ਅਨਦਰ ਕੱਪ ਆਫ ਮਿਲਕ, ਉਹ ਇਹਦੇ ਵਿੱਚ ਕੀ ਹੈ ਕਿ ਇੱਕ ਹੋਰ ਹੀ ਟੁਕ ਅਨਦਰ ਕੱਪ ਆਫ ਮਿਲਕ ਮੀਨਸ ਇੱਕ ਹੋਰ ਮੈਨੂੰ ਚਾਹੀਦਾ ਕਿਸ ਦਾ, ਉਹਨੇ ਕਿਹਾ ਕਿ ਹੀ ਟੁਕ ਅਨਦਰ ਕੱਪ ਆਫ ਮਿਲਕ ਮੀਨਸ ਉਸਨੇ ਇੱਕ ਹੋਰ ਕੱਪ ਮਿਲਕ ਦਾ ਲੈਤਾ ਸੀਗਾ। ਅਨਦਰ ਕਲਪ੍ਰਿਟ ਹੈਜ਼ ਬੀਨ ਕੌਟ, ਇੱਕ ਹੋਰ ਮੁਜਰਮ ਫੜਿਆ ਗਿਆ। ਮੀਨਸ ਜਦੋਂ ਆਪਾਂ ਐਡੀਸ਼ਨ ਕਰਦੇ ਹਾਂ ਇੱਕ ਤੋਂ ਇੱਕ ਪਹਿਲਾਂ ਹੀ ਹੋ ਰਹੀ ਹੋਵੇ ਚੀਜ਼ ਤੇ ਆਪਾਂ ਨੇ ਜਦੋਂ ਐਡੀਸ਼ਨ ਕਰਨੀ ਹੋਵੇ ਇਸ ਤਰ੍ਹਾਂ। ਅਦਰ ਦ ਅਦਰ ਐਕਟੀਵਿਟੀਜ਼ ਇਨਕਲੂਡ ਸੋਸ਼ਲ ਵਰਕ ਐਂਡ ਗਾਰਡਨਿੰਗ, ਜਦੋਂ ਆਪਾਂ ਨੇ ਕਾਫੀ ਦੇ ਵਿੱਚੋਂ ਇੱਕ ਚੀਜ਼ ਦੱਸਣੀ ਹੋਵੇ, ਵਨ ਔਰ ਸਮ ਅਮੰਗ ਮੈਨੀ, ਇੱਕ ਤੋਂ ਜ਼ਿਆਦਾ ਦੱਸਣੀ ਹੋਵੇ, ਜਿਹੜਾ ਅਨਦਰ ਉਹ ਆਪਾਂ ਐਡੀਸ਼ਨ ਕਰਦੇ ਹਾਂ। ਅਨਦਰ ਦੇ ਵਿੱਚ ਹਮੇਸ਼ਾ ਆਪਾਂ ਕੀ ਕਰਦੇ ਹਾਂ, ਇੱਕ ਚੀਜ਼ ਹੋ ਗਈ ਤਾਂ ਦੂਜੀ ਕਰ ਰਿਹਾ ਹੋਵੇ ਜਾਂ ਤੀਜੀ ਕਰ ਰਿਹਾ ਹੋਵੇ, ਪਰ ਜਿਹੜੀ ਅਦਰ ਹੈ ਇਹਨੂੰ ਆਪਾਂ ਇੱਕ ਤੋਂ ਜ਼ਿਆਦਾ ਵਾਸਤੇ ਯੂਜ਼ ਕਰਦੇ ਹਾਂ। ਦੇਖੋ ਦ ਅਦਰ ਐਕਟੀਵਿਟੀਜ਼, ਪਤਾ ਨਹੀਂ ਕਿੰਨੀਆਂ ਐਕਟੀਵਿਟੀਜ਼ ਨੇ, ਮੀਨਸ ਹੋਰ ਐਕਟੀਵਿਟੀਜ਼ ਇਨਕਲੂਡ ਸੋਸ਼ਲ ਵਰਕ ਐਂਡ ਗਾਰਡਨਿੰਗ, ਪਰ ਐਕਟੀਵਿਟੀਜ਼ ਹੋਰ ਆਪਾਂ ਨੂੰ ਨਹੀਂ ਪਤਾ ਕਿੰਨੀਆਂ। ਜੇ ਇੱਥੇ ਹੁੰਦਾ ਦਾ ਅਨਦਰ ਐਕਟੀਵਿਟੀ ਲਾਉਣੀ ਪੈਂਦੀ ਸੀ ਤਾਂ ਮੀਨਸ ਤੀਜੀ ਐਕਟੀਵਿਟੀ ਹੋਣਾ ਸੀ ਇਸ ਤਰ੍ਹਾਂ। ਸੋ ਇਹ ਡਿਫਰੈਂਸ ਹੈ ਕਿਸ ਦੇ ਵਿੱਚ, ਅਨਦਰ ਤੇ ਅਦਰ ਦੇ ਵਿੱਚ। ਨੈਕਸਟ ਦੇਖ ਲਓ ਦੇਅਰ ਵਰ ਅਦਰ ਪੀਪਲ, ਪਤਾ ਨਹੀਂ ਕਿੰਨੇ ਲੋਕ ਨੇ ਇਨ ਦਾ ਆਡੀਟੋਰੀਅਮ ਐਡੀਸ਼ਨਲ, ਇਹਨੂੰ ਆਪਾਂ ਐਡੀਸ਼ਨਲ ਦੇ ਯੂਜ਼ ਕਰਦੇ ਹਾਂ, ਪਰ ਜੇ ਇੱਥੇ ਆ ਜਾਣਾ ਸੀ ਦੇਅਰ ਆਰ ਅਨਦਰ ਪਰਸਨ ਆਉਣਾ ਸੀ, ਮੀਨਸ ਇੱਕ ਹੋਰ ਇਨਸਾਨ ਆ ਗਿਆ, ਪਰ ਅਨਦਰ ਪੀਪਲ ਆ ਗਿਆ ਮੀਨਸ ਇੱਕ ਤੋਂ ਜ਼ਿਆਦਾ ਆ ਗਿਆ। ਸੋ ਇਸ ਤਰ੍ਹਾਂ ਮੋਸਟ ਪੀਪਲ ਨਿਊ ਦੈਟ ਦੇ ਵਰ ਚੀਟਰ, ਬਹੁਤ ਲੋਕ ਜਾਣਦੇ ਨੇ ਕਿ ਉਹ ਚੀਟ ਹੋ ਚੁੱਕੇ ਨੇ, ਉਹਨਾਂ ਨਾਲ ਧੋਖਾ ਹੋ ਸਕੇ। ਇਹਦੇ ਵਿੱਚ ਜਦੋਂ ਆਪਾਂ ਮੈਜੋਰਟੀ ਦੱਸਦੇ ਹਾਂ ਮੋਸਟ ਨੂੰ ਉੱਥੇ ਵੀ ਯੂਜ਼ ਕਰਦੇ ਹਾਂ, ਪਰ ਆਪਾਂ ਨੇ ਮੋਸਟ ਉੱਪਰ ਵੀ ਯੂਜ਼ ਕੀਤਾ ਸੀਗਾ। ਲੈਟ ਮੀ ਸ਼ੋ ਯੂ, ਨੋ ਹੇਅਰ ਇਜ਼ ਨੋ ਮੋਸਟ, ਸ਼ਾਇਦ ਪਹਿਲਾਂ ਆ ਗਿਆ ਹੋ। ਸੋ ਇਹ ਸੀਗਾ ਮੋਸਟ ਨੂੰ ਜਦੋਂ ਆਪਾਂ ਮੈਜੋਰਟੀ ਦਿਖਾਉਣੀ ਹੋਵੇ। ਆਈ ਵਾਜ਼ ਹੈਪੀ ਦੈਟ ਮੋਸਟ ਗਰਲਸ ਡਿਡ ਵੈਲ ਇਨ ਇੰਗਲਿਸ਼, ਮੈਜੋਰਟੀ ਮੀਨਸ ਇੱਕ ਤੋਂ ਜ਼ਿਆਦਾ ਲੋਕ। ਇਹ ਜਿਵੇਂ ਇੱਥੇ ਇਹ ਵੀ ਕਹਿ ਸਕਦੇ ਸੀ ਆਈ ਐਮ ਪ੍ਰੀਟੀ ਹੈਪੀ ਦੈਟ ਮੋਸਟ ਪੀਪਲ ਇਨ ਮਾਈ ਏਰੀਆ ਆਰ ਲਿਟਰੇਟ, ਕਿ ਮੈਨੂੰ ਬਹੁਤ ਖੁਸ਼ੀ ਹੈ ਜਾਂ ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਏਰੀਏ ਦੇ ਵਿੱਚ ਜ਼ਿਆਦਾਤਰ ਲੋਕ ਪੜ੍ਹੇ ਲਿਖੇ ਨੇ। ਜਦੋਂ ਆਪਾਂ ਜ਼ਿਆਦਾਤਰ ਬੋਲਦੇ ਹਾਂ ਮੀਨਸ ਮੈਜੋਰਟੀ ਬੋਲਦੇ ਹਾਂ। ਨੈਕਸਟ ਦੇਖੋ ਸੈਵਰਲ, ਸੈਵਰਲ ਕੀ ਹੁੰਦਾ, ਮੈਨੀ ਟਾਈਮਸ, ਮੈਨੀ ਦੀ ਜਗ੍ਹਾ ਯੂਜ਼ ਹੁੰਦਾ ਇਹ। ਸੈਵਰਲ ਚਿਲਡਰਨ, ਦੇਖੋ ਜਿੱਥੇ ਵੀ ਆਪਾਂ ਮੈਨੀ ਦੀ ਜਗ੍ਹਾ ਆਪਾਂ ਸੈਵਰਲ ਲਗਾ ਸਕਦੇ ਹਾਂ, ਪਰ ਇੱਥੇ ਕੀ ਹੋਏਗਾ ਆਪਾਂ ਨੂੰ ਪਤਾ ਹੋਵੇਗਾ ਕਿੰਨੇ ਕੁ ਬੱਚੇ ਨੇ, ਮੀਨਸ ਕਾਊਂਟੇਬਲ ਹੀ ਹੋਏਗਾ। ਨੈਕਸਟ ਦੇਖੋ ਦੇਅਰ ਇਜ਼ ਨੋਟ ਇਨਫ ਮਨੀ ਟੂ ਬਾਏ ਐਕਸਪੈਂਸਿਵ ਕਲੌਥ, ਇਨਫ ਦਾ ਮਤਲਬ ਹੁੰਦਾ ਕਿ ਜਿੰਨੀ ਕੁ ਆਪਾਂ ਨੂੰ ਚੀਜ਼ ਦੀ ਲੋੜ ਹੋਵੇ। ਦੇਅਰ ਇਜ਼ ਨੋਟ ਇਨਫ ਮਨੀ, ਕਿ ਸਾਨੂੰ ਜਦੋਂ ਆਪਾਂ ਸਕੈਰਸਿਟੀ ਦੱਸੀਏ ਕਿ ਹਾਂ ਉਨੀ ਚੀਜ਼ ਸਾਡੇ ਕੋਲ ਨਹੀਂ ਹੈ। ਵੀ ਡੋਂਟ ਹੈਵ ਇਨਫ ਵਾਟਰ ਟੂ ਡਰਿੰਕ, ਸਾਡੇ ਕੋਲ ਉਨਾ ਪਾਣੀ ਨਹੀਂ ਹੈ ਜਿੰਨਾ ਪਾਣੀ ਦੀ ਜ਼ਰੂਰਤ ਹੈ। ਅਤੇ ਇਹਦੇ ਵਿੱਚ ਇੱਕ ਹੋਰ ਚੀਜ਼ਾਂ ਹੁੰਦੀਆਂ ਨੇ 1 2 3, ਇਹ ਤਾਂ ਆਪਾਂ ਨੋਰਮਲ ਆਪਾਂ ਨੂੰ ਪਤਾ ਜਦੋਂ ਆਪਾਂ ਨੇ 1 ਦੱਸਣਾ ਹੋਵੇ, 2 ਦੱਸਣਾ ਹੋਵੇ, 3 ਦੱਸਣਾ ਹੋਵੇ, ਪਰ ਉਸ ਤੋਂ ਬਗੈਰ ਜੋ ਚੀਜ਼ਾਂ ਯੂਜ਼ ਹੁੰਦੀਆਂ ਨੇ ਇਹਦੇ ਵਿੱਚ ਵਰਡ ਯੂਜ਼ ਹੁੰਦੇ ਨੇ। ਦੇਖੋ ਇਹਦੇ ਵਿੱਚ 1 ਦੀ ਗੱਲ ਕੀਤੀ ਗਈ ਹੈ, ਵੀ ਹੈਡ 1 ਪੇਸ਼ੈਂਟ ਵਿਦ H1N1 ਮੀਨਸ ਸਿਰਫ ਇੱਕ, ਆਲ ਜਿਸ ਦੇ ਵਿੱਚ ਸਾਰੇ ਯੂਜ਼ ਹੋਣ ਇਸ ਤਰ੍ਹਾਂ। ਪਰ ਇਸ ਤੋਂ ਜਦੋਂ ਆਪਾਂ 1 2 3 4 5 ਜਾਂ ਆਲ ਤੋਂ ਬਗੈਰ ਯੂਜ਼ ਕਰਦੇ ਹਾਂ ਤਾਂ ਇਹ ਵਰਡ ਯੂਜ਼ ਹੋਣਗੇ ਐਵਰੀ, ਬੋਥ, ਨੀਦਰ, ਈਦਰ। ਸੋ ਇਹ ਕੀ ਨੇ, ਡਿਸਟ੍ਰੀਬਿਊਟਿਡ ਡਿਟਰਮੀਨਰ ਨੇ। So only I think three determiners are left. We will discuss those determiners in the next video. So hope you understand these determiners, distributive determiners and quantifiers. These are pretty much compulsory for the exam, so you have to learn this kind of determiners carefully. So thank you very much. I hope you understand the chapter.